8 ਸਾਲ ਦਾ ਬੱਚਾ 2 ਦਿਨਾਂ 'ਚ ਮਾਂ ਬਣਦਾ ਸੀ। ਨਾ ਕਰਾਂਗੇ ਤਾਂ ਫਿਰ ਵੀ ਇੱਥੋਂ ਜਿੱਦਾਂ ਕਹਿੰਦੇ ਬਿਨਾਂ ਕਰਜ਼ੇ ਲਾਏ ਜਾਵਾਂਗੇ। ਮੋਰੇ ਇਹੀ ਮਿਲਦਾ ਨਾ, ਕੋਈ ਕਰਜ਼ਾ ਨਹੀਂ ਲਾਉਣਾ ਮੈਂ ਜਾਣਾ, ਜਾਂ ਮੈਂ ਡਰ ਗਿਆ, ਜਾਂ ਮੈਂ ਸਵਾਰਥੀ ਹਾਂ। ਮਰਨਾ ਤਾਂ ਹੈਗਾ ਹੀ ਆ ਨਾ। 12 ਸਾਹ ਮਿੰਟ ਦੇ ਆ ਰਹੇ ਆ, 23,000 ਸਾਹ ਤੁਹਾਨੂੰ 24 ਘੰਟਿਆਂ 'ਚ ਜਾ ਰਿਹਾ। ਇਹ ਤਾਂ ਘਟੀ ਜਾ ਰਿਹਾ ਤਾਂ ਲਾ ਲਓ, ਲੇਖੇ ਲੱਗਦੇ ਆ। ਅੱਛਾ, ਸਾਰੇ ਜਣੇ ਬੈਠੇ ਕਿਵੇਂ ਫੁਰਨਾ, ਕਿਵੇਂ ਫੁਰਿਆ ਕਿ ਜਿਹੜੇ ਸਾਡੇ ਵੀਰ ਕੰਧ ਟੱਪ ਕੇ ਆਉਂਦੇ ਆ ਮੈਕਸੀਕੋ ਦੀ, ਉਹਨਾਂ ਦੀ ਪੁੱਛ ਪੜਤਾਲ ਕੀਤੀ ਜਾਵੇ। ਕਬਰ ਨਹੀਂ ਜਾ ਸਕਦੇ, ਐਸੀ ਚੀਜ਼ ਕੋਈ ਨਹੀਂ ਲਿਜਾ ਸਕਦਾ। ਉੱਥੇ ਸੂਈ ਨਹੀਂ ਲਿਜਾ ਸਕਦਾ, ਤੁਸੀਂ ਤਾਗਾ ਨਹੀਂ ਲਿਜਾ ਸਕਦੇ, ਰੱਸੀ ਨਹੀਂ ਲਿਜਾ ਸਕਦੇ, ਤੁਸੀਂ ਹਾਰਡ ਕਵਰ ਬੁੱਕ ਕਿਤਾਬ ਨਹੀਂ ਲਿਜਾ ਸਕਦੇ। ਵੀ ਅਗਲਾ ਸੈੱਟ ਮਾਰੇ ਕੇ ਸੈੱਟ ਮਾਰੇ ਤੋਂ ਐਜ਼ ਅ ਵੈਪਨ ਬਣੇ। ਸੋ ਸਾਫਟ ਕਵਰ ਚਾਹੀਏ ਸਾਰਿਆਂ ਨੂੰ। ਚਲੇ ਇੰਗਲਿਸ਼ ਵੀ ਦੇਣਾ ਵੀ ਆ ਜਾਓ, ਜਿਹੜਾ ਹੈਗਾ ਆ ਜਾਓ। ਸੋ ਕਾਲੇ ਵੀ ਆ ਜਾਂਦੇ ਸੀ, ਅਫਰੀਕਨ ਵੀ, ਪਾਕਿਸਤਾਨੀ ਵੀ, ਗੁਜਰਾਤੀ ਵੀ, ਸਿੱਖ ਵੀ। ਉਹਨਾਂ ਨੂੰ ਪਤਾ ਹੁੰਦਾ ਸੀਗਾ ਵੀ ਜਿਹੜੀ ਸੇਵਾ ਹੋ ਰਹੀ ਆ। ਫਿਰ ਅਸੀਂ ਰਹਿ ਰਾਸ ਕਰਨੀ ਸ਼ੁਰੂ ਕਰਤੀ ਜੀ। ਸੋ ਸਾਡੀ ਰਹਿ ਰਾਸ ਜੇਲ੍ਹ 'ਚ, ਅੱਛਾ, ਸਾਡਾ ਕੀਰਤਨ ਸੋਲਾ ਜੇਲ੍ਹ 'ਚ, ਸਾਡੀ ਅਰਦਾਸ ਜੇਲ੍ਹ 'ਚ, ਹੈ ਕਿ ਨਹੀਂ। ਸਾਡਾ ਫਿਰ ਅਸੀਂ ਗੁਟਕਾ ਸਾਹਿਬ ਅੰਦਰ ਲੈ ਗਏ ਜੀ। ਦਿਸ ਨਾਟ ਓਨਲੀ ਲਿਮਟਡ ਫਾਰ ਜੇਲ੍ਹ 'ਚ ਜਾ ਕੇ ਅਸੀਂ ਛਡਾਇਆ ਜਾਂ ਅਸੀਂ ਉਹਨਾਂ ਦੀ ਮਦਦ ਕੀਤੀ, ਉਹਨਾਂ ਦੀਆਂ ਬੇਲਾਂ ਭਰੀਆਂ ਜਾਂ ਕੁਛ ਕੀਤਾ। ਮੇਰਾ ਪਹਿਲਾ ਸਵਾਲ ਇਹ ਹੁੰਦਾ, ਕਿਸੇ ਦੇ ਨਾਲ ਤੁਹਾਡਾ ਫਿਜ਼ੀਕਲ ਟੌਰਚਰ ਵਰਕ ਕੀਤਾ ਤੁਹਾਨੂੰ ਕਿਸੇ ਨੇ? ਤੁਹਾਨੂੰ ਵਰਬਲ ਅਬਿਊਜ਼ ਕੀਤਾ ਕਿਸੇ ਨੇ? ਕੋਈ ਮੈਂਟਲ ਅਬਿਊਜ਼ ਕੀਤਾ ਤੁਹਾਨੂੰ ਕਿਸੇ ਨੇ? ਠੀਕ ਨਹੀਂ। ਅਸੀਂ ਹਰੇਕ ਡਿਟੇਨੀ ਜਿਹੜੇ ਆਪਣੇ ਸੀਗੇ ਸਾਰਿਆਂ ਦੇ ਪਰਨੇ ਸੀਗੇ। ਅੱਛਾ, 5-5 ਫੁੱਟ ਤੇ ਗਰੰਟੀ ਅਸੀਂ ਲਈ ਸੀ ਕਿ ਮਿਸਯੂਜ਼ ਨਹੀਂ ਹੋਣਗੇ ਸਾਰਿਆਂ ਦੇ ਪਰ। ਕਿਉਂਕਿ ਜਦੋਂ ਅਸੀਂ ਆਪਣਾ ਗੁਰਬਾਣੀ ਪੜ੍ਹਨੀ ਹੈ ਤਾਂ ਸਿਰ ਤਾਂ ਢੱਕਣਾ ਬਿਲਕੁਲ। ਤੇ ਅਸੀਂ ਫਿਰ ਪਰਨੇ ਅੰਦਰ ਜਾਣੇ ਸ਼ੁਰੂ ਕਰਦੇ, ਅਪਰੂਵਲ ਕਰਾਇਆ। ਪਰ ਲੱਗਾ ਬਹੁਤ, ਪਰ ਹਾਲਾਤ ਸਾਡੇ ਜਿੱਥੇ ਅਸੀਂ ਜਨਮ ਭੂਮੀ ਆ ਉਹਦੇ ਹਾਲਾਤ ਇੰਨੇ ਮਾੜੇ ਆ ਕਿ ਸਾਨੂੰ ਆਪਣਾ ਦੇਸ਼ ਛੱਡਣਾ ਪੈਂਦਾ। ਹੁਣ ਮੈਂ ਆ ਜਾਂ ਵੀਰ ਜੀ ਆ ਜਾਂ ਆਪਾਂ ਸਾਰੇ ਅਸੀਂ ਇੱਥੇ ਜਿੰਨੇ ਵੀ ਪਰਿਵਾਰ ਆ ਜਾਂ ਬਾਹਰਲੇ ਦੇਸ਼ਾਂ, ਇੱਥੇ ਰੀਬਨ ਕੱਟਣ ਦਾ ਹੀ ਨਹੀਂ ਨਾ ਪਿਆਓ ਜੀ, ਰੀਬਨ ਕੱਟ ਕੇ। ਕਈ ਮੈਨੂੰ ਕਹਿਣਗੇ ਉਹ ਮੁੰਡੇ ਤਾਂ ਆਈ ਜਾਂਦੇ ਹੈਗੇ ਆ ਪਿੱਛੋਂ, ਮੁੰਡਿਆਂ ਨੂੰ ਤਾਂ ਇਦਾਂ ਨਹੀਂ। ਮੈਂ ਕਿਹਾ ਤੁਸੀਂ ਵੀ ਕਿਸੇ ਦਿਨ ਆਏ ਸੀ। ਪਾਰਟ ਆਫ ਲਾਈਫ ਬਣ ਜਾਂਦਾ, ਰਾਈਟ। ਐਵਰੀ ਰੂਟੀਨ ਬਣ ਜਾਂਦਾ ਤੁਹਾਡੀ ਲਾਈਫ ਦਾ ਵੀ ਚੱਲ ਅੱਜ ਉੱਥੇ ਨਹੀਂ ਗਿਆ ਤਾਂ ਮੈਂ ਕੁਝ ਮਿਸ ਕਰ। ਰੇਡੀਓ ਪੰਜਾਬ ਟੁਡੇ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ। ਸੋ ਹਮੇਸ਼ਾ ਹੀ ਮੇਰੀ ਯਾਨੀ ਕਿ ਸਵਰਨ ਸਿੰਘ ਦਾਨੇ ਵਾਲੀ ਦੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਕੁਝ ਹਟਵਾਂ ਐਕਸਕਲੂਸਿਵ ਜਾਣਕਾਰੀ ਜਾਂ ਉਹਨਾਂ ਸ਼ਖਸੀਅਤਾਂ ਦੇ ਨਾਲ ਮਿਲਾਇਆ ਜਾਵੇ ਜਿਨ੍ਹਾਂ ਨੇ ਕੁਝ ਖਾਸ ਕੀਤਾ। ਅਮਰੀਕਾ ਦੇ ਦੌਰੇ ਤੇ ਹੈ ਤੇ ਇਤਫਾਕਨ ਗੱਲ ਕਰਦਿਆਂ ਇੱਕ ਅਜਿਹੇ ਸ਼ਖਸ ਨਾਲ ਅਜਿਹੇ ਇਕੱਠ ਦੇ ਵਿੱਚ ਗੱਲਬਾਤ ਚੱਲੀ ਤਾਂ ਕਿਉਂ ਨਾ ਇਹ ਸੰਦੇਸ਼ ਜਿਹੜਾ ਹੈ ਉਹ ਦੁਨੀਆ ਭਰ ਦੇ ਵਿੱਚ ਦਿੱਤਾ ਜਾਵੇ। ਅਕਸਰ ਜੇਲ੍ਹ, ਥਾਣਾ, ਪੁਲਿਸ, ਹੱਥਕੜੀ, ਇਹ ਬੜਾ ਹੀ ਅਜੀਬ ਜਿਹਾ ਨਾਂ ਹੈ ਤੇ ਜਦੋਂ ਇਹਦਾ ਨਾਂ ਸੁਣਦੇ ਹਾਂ ਤਾਂ ਸਾਨੂੰ ਘਬਰਾਹਟ ਮਹਿਸੂਸ ਹੁੰਦੀ ਹੈ। ਤੇ ਜੇ ਕਿਤੇ ਹਵਾਲਾਤ 'ਚ ਇੱਕ ਰਾਤ ਕੱਟਣੀ ਪੈ ਜੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਸਾਰੇ ਟੱਬਰ ਦੇ ਕੀ ਹਾਲਾਤ ਹੁੰਦੇ ਨੇ। ਪਰ ਜਦੋਂ ਕੋਈ 7 ਸਮੁੰਦਰ ਪਾਰ ਇੱਕ ਜੇਲ੍ਹ ਦੇ ਵਿੱਚ ਹੁੰਦਾ ਹੈ ਜਿਹਦਾ ਕੋਈ ਸਾਕ ਸੰਬੰਧੀ ਨੇੜੇ ਨਹੀਂ ਹੁੰਦਾ ਤਾਂ ਉਸ ਵਿਅਕਤੀ ਦੇ ਉੱਤੇ ਕੀ ਬੀਤਦੀ ਹੈ। ਹਮੇਸ਼ਾ ਜੇਲ੍ਹਾਂ ਨੂੰ ਕਰੈਕਸ਼ਨ ਸੈਂਟਰਸ ਕਿਹਾ ਜਾਂਦਾ ਹੈ, ਸੁਧਾਰ ਘਰ ਕਿਹਾ ਜਾਂਦਾ ਹੈ। ਪਰ ਇਸ ਚਾਰ ਦੀਵਾਰੀ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਕਿ ਭਾਵੇਂ ਉਹ ਪੰਜਾਬ ਦੀਆਂ ਜੇਲ੍ਹਾਂ ਨੇ, ਭਾਵੇਂ ਭਾਰਤ ਦੀਆਂ ਜੇਲ੍ਹਾਂ ਨੇ, ਭਾਵੇਂ ਦੁਨੀਆ ਦੀਆਂ ਕਿਸੇ ਤਰ੍ਹਾਂ ਦੀਆਂ ਜੇਲ੍ਹਾਂ ਨੇ, ਉੱਥੇ ਕੀ ਕੁਝ ਹੁੰਦਾ ਹੈ ਉਹ ਇੱਕ ਓਪਨ ਸੀਕ੍ਰੇਟ ਹੈ। ਇਸੇ ਤਰ੍ਹਾਂ ਦੀ ਇੱਕ ਓਪਨ ਸੀਕ੍ਰੇਟ ਨੂੰ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ। ਮੇਰੇ ਨਾਲ ਜੋ ਸ਼ਖਸੀਅਤਾਂ ਮੌਜੂਦ ਨੇ ਮੈਂ ਇੰਟਰੋਡਿਊਸ ਕਰਾ ਦਿਆਂ। ਸਰਦਾਰ ਹਰਦੀਪ ਸਿੰਘ ਗਿੱਲ ਹੋਰੀ ਰਾਮੂ ਵਾਲੇ ਤੋਂ, ਸਰਦਾਰ ਬਲਵੰਤ ਸਿੰਘ ਔਲਖ ਹੋਰੀ ਕੋਟਾ ਬੂੰਦੀ ਰਾਜਸਥਾਨ ਤੋਂ, ਤੇ ਗੁਰਵਿੰਦਰ ਸਿੰਘ ਗਰੇਵਾਲ ਹੋਰੀ ਲੁਧਿਆਣੇ ਤੋਂ। ਸਾਰਿਆਂ ਨੂੰ ਸਵਾਗਤ। ਸਤਿ ਸ਼੍ਰੀ ਅਕਾਲ। ਔਲਖ ਸਾਹਿਬ, ਜਿਵੇਂ ਗੱਲਬਾਤ ਦੇ ਸ਼ੁਰੂਆਤ ਦੇ ਵਿੱਚ ਮੈਂ ਕਿਹਾ ਸੀਗਾ ਕਿ ਜੇਲ੍ਹ ਇੱਕ ਅਜਿਹਾ ਸ਼ਬਦ ਹੈਗਾ। ਇਸ ਜੇਲ੍ਹ ਦੇ ਵਿੱਚ ਹਰ ਕੋਈ ਕੈਦੀ ਜਿਹੜਾ ਹੈ ਉਹ ਕ੍ਰਿਮੀਨਲ ਨਹੀਂ ਹੁੰਦਾ। ਇਹ ਅਸੀਂ ਸਪਸ਼ਟ ਕਰ ਦਈਏ ਕਿ ਸਮਾਜ ਦੇ ਥਪੇੜਿਆਂ ਨਾਲ ਵੀ ਬੰਦੇ ਪਹੁੰਚ ਜਾਂਦੇ ਨੇ, ਬੇਗੁਨਾਹ ਵੀ ਪਹੁੰਚ ਜਾਂਦੇ ਨੇ। ਪਰ ਕਈ ਵਿਅਕਤੀ ਇਹੋ ਜਿਹੇ ਹੁੰਦੇ ਨੇ ਜਿਹੜੇ ਭਵਿੱਖ ਦਾ ਜਿਹੜਾ ਸੁਪਨਾ ਲੈ ਕੇ ਆਉਂਦੇ ਨੇ ਤੇ ਪਹਿਲੀ ਜਦੋਂ ਉਹ ਆਪਦੇ ਸੁਪਨਿਆਂ ਦੀ ਧਰਤੀ ਤੇ ਪੈਰ ਰੱਖਦਾ ਤਾਂ ਉਹਦਾ ਪਹਿਲਾ ਜਿਹੜਾ ਪੜਾਅ ਹੁੰਦਾ ਉਹ ਜੇਲ੍ਹ ਹੁੰਦੀ ਹੈ। ਸੋ ਮੈਂ ਗੱਲ ਕਰ ਰਿਹਾ ਅਮਰੀਕਾ ਦੀਆਂ ਜੇਲ੍ਹਾਂ ਦੀਆਂ। ਸੋ ਅਮਰੀਕਾ ਦੀਆਂ ਜੇਲ੍ਹਾਂ ਦੇ ਵਿੱਚ ਕੀ ਹੁੰਦਾ ਹੈ ਇਹਦੇ ਬਾਰੇ ਮੈਂ ਗੱਲਬਾਤ ਤੁਹਾਡੇ ਨਾਲ ਤੋਰੂੰਗਾ। ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਇੱਕ NGO ਹੈ ਸੋਚ, ਯਾਨੀ ਕਿ ਥਾਟ, ਬਾਕਮਾਲ, ਬੜਾ ਖੂਬਸੂਰਤ ਨਾਂ ਹੈ। ਤੇ ਇਹ NGO ਸਾਰੇ ਭਰਾ ਰਲ ਕੇ ਚਲਾਉਂਦੇ ਨੇ
ਤੇ ਇਹਦੀ ਡਿਟੇਲ ਵੀ ਤੁਹਾਨੂੰ ਅੱਗੇ ਜਾ ਕੇ ਦੇਵਾਂਗੇ। ਸੋ ਪਹਿਲਾਂ ਤਾਂ ਆਪਾਂ ਗੱਲਬਾਤ ਕਰਦੇ ਹਾਂ ਸੋਚ। ਜਦੋਂ ਕੋਈ ਵੀ ਗੱਲ ਕਰਦਾ, ਮੈਂ ਪੱਤਰਕਾਰ ਸੀ, ਇਹ ਪੱਤਰਕਾਰ ਮੇਰੇ ਬਚਪਨ 'ਚ ਹੀ ਸੀ। ਇਸੇ ਤਰ੍ਹਾਂ ਜਦੋਂ ਅਸੀਂ ਸਮਾਜ ਦੇ ਵਿੱਚ ਕੁਝ ਕਰਨ ਦੀ ਸੋਚਦੇ ਹਾਂ, ਬਚਪਨ 'ਚ ਹੀ ਆਉਂਦਾ। ਇਹ ਸੋਚ ਦੀ ਉਪਜ ਕਿੱਥੋਂ ਪੈਦਾ ਹੋਈ? ਸੋਚ ਦੀ ਉਪਜ ਅਕਸਰ ਖਿਆਲ ਆ ਤੇ ਖਿਆਲਾਂ ਚੋਂ ਨਿਕਲਣੀ ਹੈਗੀ ਆ। ਤੇ ਆਪਾਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੇ ਹਾਂ ਕਿ ਅਸੀਂ ਸਿੱਖ ਪਰਿਵਾਰ 'ਚ ਜੰਮੇ ਹਾਂ। ਗੁਰੂ ਨਾਨਕ ਦੇਵ ਜੀ ਦਾ ਸਾਨੂੰ ਓਟ ਤੇ ਆਸਰਾ ਆ। ਤੇ ਬੜੇ ਸਹੀ ਸ਼ਬਦਾਂ 'ਚ ਕਿਹਾ ਜਾਂਦਾ ਕਿ ਤੁਸੀਂ ਕਿਸੇ ਦੇ ਦੇਣਦਾਰ ਨਾ ਹੋ ਜ਼ਿੰਦਗੀ ਦੇ ਵਿੱਚ। ਤੇ ਆਪਾਂ ਇੱਕ ਚੀਜ਼ ਭੁੱਲ ਜਾਂਦੇ ਹੈਗੇ ਆ ਕਿ ਆ ਜਿਹੜਾ ਸਾਨੂੰ ਸਰੀਰ ਮਿਲਿਆ, ਇਹਨੂੰ ਜਿਹੜਾ ਦਿੱਤਾ ਸਾਨੂੰ, ਇਹਦੀ ਕਿੰਨੀ ਕੁ ਕੀਮਤ ਆ ਜੀ। ਤੇ ਤੁਸੀਂ ਇਸ ਕੀਮਤ ਦਾ ਕਿੰਨਾ ਕੁ ਮੁੱਲ ਪਾਉਂਦੇ ਆ, ਤੇ ਜੇ ਮੁੱਲ ਪਾਉਂਦੇ ਆ ਜੀ ਤੇ ਕੀ ਤੁਸੀਂ ਵਾਪਸ ਦੇਣਾ ਚਾਹੁੰਦੇ ਆ ਜੀ? ਹਾਂ, ਕੀ ਤੁਸੀਂ ਵਾਪਸ ਦੇਣਾ ਚਾਹੁੰਦੇ ਆ? ਸਵਾਲ ਇੱਥੇ ਉੱਠਦਾ ਹੈਗਾ ਕਿ ਮੇਰੇ ਜੀਵਨ 'ਚ ਆਉਣ ਦਾ ਕਰਜ਼ਾ ਮੈਂ ਵਾਪਸ ਲਵਾਏ ਤੋਂ ਬਿਨਾਂ ਹੀ ਤੋਂ ਚੱਲ ਜਾਣਾ ਕਿ ਮੈਂ ਲਾ ਕੇ ਜਾਣਾ? ਸਵਾਲ ਇੰਨਾ ਹੀ ਆ। ਜੇ ਤਾਂ ਕਰਜ਼ਾ ਲਾਉਣਾ ਹੈ ਤਾਂ ਤੁਸੀਂ ਲਾਉਣਾ ਕਿਹਨੂੰ? ਲਾਉਣਾ ਤੁਸੀਂ ਹੈਗਾ ਜੇ ਤੁਹਾਨੂੰ ਬਣਾਇਆ ਪਰਮਾਤਮਾ ਨੂੰ। ਹੁਣ ਪਰਮਾਤਮਾ ਕਿੱਥੇ ਲੱਭੀ ਹੈ? ਮੈਂ ਆ ਬਈ ਪਰਮਾਤਮਾ ਜੀ ਮੈਂ ਤੁਹਾਡਾ ਚੈੱਕ ਦੇਣੀ ਆ, ਕਰਜ਼ਾ ਲਾਉਣਾ। ਸੋ ਗੁਰਬਾਣੀ ਦੇ ਹਿਸਾਬ ਨਾਲ, ਵੇਦਿਕ ਸਾਰੀਆਂ ਚੀਜ਼ਾਂ ਦੇ ਹਿਸਾਬ ਨਾਲ ਪਰਮਾਤਮਾ ਦੀ ਜੇ ਸੇਵਾ ਕਰਨੀ ਆ, ਗੁਰੂ ਦੀ ਜੇ ਸੇਵਾ ਕਰਨੀ ਆ, ਤਾਂ ਉਸ ਦੀ ਰਚੀ ਹੋਈ ਸ੍ਰਿਸ਼ਟੀ ਦੀ ਸੇਵਾ ਹੀ ਉਸ ਦੀ ਸੇਵਾ। ਸੋ ਵਾਪਸ ਦਿਓ ਤਾਂ ਸ੍ਰਿਸ਼ਟੀ ਨੂੰ ਦੇ। ਮਨੁੱਖਤਾ ਦੀ ਸੇਵਾ ਕਰ ਲਓ, ਜਾਨਵਰਾਂ ਨੂੰ ਕਰ ਦਿਓ, ਬੂਟੇ ਨੂੰ ਕਰ ਦਿਓ, ਜਿਹੜਾ ਪੀੜਤ ਹੈਗਾ ਉਹਦੇ ਆਸਰਾ ਬਣ ਜਾਓ, ਮੇਰੇ ਆਸਰਿਆਂ ਦਾ ਆਸਰਾ ਬਣ ਜਾਓ, ਤੁਹਾਡੇ ਰਾਹੀਂ ਪਰਮਾਤਮਾ ਆਊਗਾ। ਸੋ ਤੁਸੀਂ ਇੱਕ ਮਨੁੱਖ ਹੋ ਕੇ ਬਿਨਾਂ ਦਿੱਤੇ ਇੱਥੋਂ ਚਲ ਜਾਣਾ, ਇਦੋਂ ਬੜੀ ਬਦਕਿਸਮਤੀ ਜਾਂ ਦੁਰਘਟਨਾ ਮੇਰੇ ਖਿਆਲ 'ਚ ਇਨਸਾਨ ਲਈ ਨਹੀਂ ਹੋ ਸਕਦੀ। ਅੱਛਾ, ਆਪਾਂ ਗੱਲਬਾਤ ਹੋਏ, ਤੁਸੀਂ ਵਾਪਸ ਦੇਣ ਦੀ ਗੱਲ ਕੀਤੀ ਆ। ਜਿਹੜੇ ਸੋਚ ਸਪੈਸ਼ਲ ਦੀ ਮੈਂ ਗੱਲ ਕਰ ਰਿਹਾ ਕਿ ਅਕਸਰ ਮੈਂ ਭਾਵੇਂ ਮੇਰੇ ਲਿਸਨਰਸ ਨੂੰ, ਵਿਊਅਰਸ ਨੂੰ, ਇਹ ਸ਼ਾਇਦ ਮੇਰੀ ਗੱਲ ਨਾ ਸਿਰ 'ਚ ਟੰਬੇ ਵਾਂਗੂ ਵੱਜੂਗੀ ਕਿ ਜਦੋਂ ਸਾਡੇ ਪੰਜਾਬੀ ਵੀਰ ਇੱਥੋਂ ਆਉਂਦੇ ਨੇ ਨਾ ਬਾਹਰੋਂ, ਤੇ ਅਸੀਂ ਜੇ ਮਿਲਣਾ ਹੈਗੇ ਤਾਂ ਬਹੁਤ ਸੇਵਾ ਕਰਦੇ ਹਾਂ, ਤੇ ਜੇ ਕੋਈ ਇਹ ਕਹਿ ਦੇ ਨਾ ਵੀ ਰਹਿਣਾ ਤੇ ਸਾਡੇ ਮਾਪੇ ਮਰ ਤੇ ਅਸੀਂ ਕਹਿੰਦੇ ਯਾਰ ਇਹ ਆ ਕਿੱਥੋਂ ਗਿਆ, ਤੇ ਇਹ ਸਾਡਾ ਰੁਜ਼ਗਾਰ ਖੋਲੂਗਾ, ਪਤਾ ਨਹੀਂ ਸਾਡੇ ਤੇ ਕੀ ਬੋਝ ਪੈ ਜਾਊਗਾ। ਪਰ ਤੁਸੀਂ ਤਾਂ ਇੱਕ ਜਿਹੜਾ ਟੋਟਲੀ ਡਿਫਰੈਂਟ ਪਿਕਚਰ ਪੇਸ਼ ਕਰ ਰਹੇ ਹੋ। ਉਹ ਨਾ ਕਰਾਂਗੇ ਤਾਂ ਫਿਰ ਵੀ ਇੱਥੋਂ ਜਿੱਦਾਂ ਕਹਿੰਦੇ ਬਿਨਾਂ ਕਰਜ਼ੇ ਲਾਏ ਜਾਵਾਂਗੇ। ਇਹ ਮੋਰੇ ਇਹੀ ਮਿਲਦਾ ਨਾ, ਵੀ ਕਰਜ਼ਾ ਨਹੀਂ ਲਾਉਣਾ ਮੈਂ ਜਾਣਾ, ਜਾਂ ਮੈਂ ਡਰ ਗਿਆ, ਜਾਂ ਮੈਂ ਸਵਾਰਥੀ ਆ। ਮਰਨਾ ਤਾਂ ਹੈਗਾ ਹੀ ਆ ਨਾ। ਸੋ ਤੁਸੀਂ ਕਿਉਂ ਨਹੀਂ ਚੰਗੇ ਕੰਮ ਕਰਦੇ ਕਰਦੇ ਜਾਓ? ਸਾਹ ਤਾਂ ਤੁਹਾਨੂੰ 17 ਸਾਹ ਮਿੰਟ ਦੇ ਆ ਰਹੇ ਆ, 23,000 ਸਾਹ ਤੁਹਾਨੂੰ 24 ਘੰਟਿਆਂ 'ਚ ਆ ਰਿਹਾ। ਇਹ ਤਾਂ ਘਟੀ ਜਾ ਰਿਹਾ ਨਾ। ਤੋ ਲਾ ਲਓ ਲੇਖੇ ਲੱਗਦੇ ਆ। ਅੱਛਾ, ਸਾਰੇ ਜਣੇ ਬੈਠੇ ਹੋ, ਕਿਵੇਂ ਫੁਰਨਾ, ਕਿਵੇਂ ਫੁਰਿਆ ਕਿ ਜਿਹੜੇ ਸਾਡੇ ਵੀਰ ਕੰਧ ਟੱਪ ਕੇ ਆਉਂਦੇ ਆ ਮੈਕਸੀਕੋ ਦੀ, ਉਹਨਾਂ ਦੀ ਪੁੱਛ ਪੜਤਾਲ ਕੀਤੀ ਜਾਵੇ? ਇਹ ਫੁਰਨਾ ਕਿਉਂ ਜੀ? ਮੈਂ ਸਾਰਿਆਂ ਨੂੰ ਇੱਕ ਸਵਾਲ ਕਰਦਾ ਮੈਂ। ਉਹ ਗੱਲ ਕੀ ਹੋਈ ਕਿ ਇਮੀਗ੍ਰੇਸ਼ਨ ਤੋਂ ਕਾਲ ਆਈ ਕਿ ਤੁਹਾਡੇ ਇੱਥੇ ਡਿਟੇਨੀਜ਼ ਹੈ। ਅੱਛਾ ਜੀ। ਤੇ ਉਹਨਾਂ ਨੂੰ ਕੋਈ ਕਿਤਾਬ ਲਿਆ ਦਿਓ। ਤੇ ਮੈਂ ਉਹ ਕਿਤਾਬਾਂ ਇਕੱਠੀਆਂ ਕਰਕੇ ਤੇ ਦੇ ਆਇਆ। ਫਿਰ ਮੈਂ ਡਿਟੈਂਸ਼ਨ ਸੈਂਟਰ ਵਾਲਿਆਂ ਨੂੰ ਕਿਹਾ ਭਾਈ ਕਿਤਾਬਾਂ ਅੰਦਰ ਜਾਂਦੀਆਂ ਹੈਗੀਆਂ, ਤੁਸੀਂ ਹਾਰਡ ਕਵਰ ਨਹੀਂ ਲਿਜਾ ਸਕਦੇ, ਐਸੀ ਚੀਜ਼ ਕੋਈ ਨਹੀਂ ਲਿਜਾ ਸਕਦਾ, ਉੱਥੇ ਸੂਈ ਨਹੀਂ ਲਿਜਾ ਸਕਦਾ, ਤੁਸੀਂ ਤਾਗਾ ਨਹੀਂ ਲਿਜਾ ਸਕਦੇ, ਰੱਸੀ ਨਹੀਂ ਲਿਜਾ ਸਕਦੇ, ਤੁਸੀਂ ਹਾਰਡ ਕਵਰ ਬੁੱਕ ਕਿਤਾਬ ਨਹੀਂ ਲਿਜਾ ਸਕਦੇ। ਵੀ ਅਗਲਾ ਸੈੱਟ ਮਾਰੇ ਕਹਿੰਦੇ ਸੈੱਟ ਮਾਰੇ ਤੋਂ ਐਜ਼ ਅ ਵੈਪਨ ਬਣੇ। ਸੋ ਸਾਫਟ ਕਵਰ ਚਾਹੀਦੀਆਂ। ਸੋ ਲਿਜਾਂਦੇ ਰਹੇ ਤੇ ਹੌਲੀ ਹੌਲੀ ਮੈਂ ਕਿਹਾ ਵੀ ਇਹਨਾਂ ਨੂੰ ਅੰਦਰ ਜਾ ਕੇ ਵੀ ਗੱਲ ਕਰ ਸਕਦਾ। ਉਹ ਕਹਿੰਦੇ ਵੀ ਸਾਡੇ ਪ੍ਰੋਟੋਕੋਲ ਹੈਗੇ ਆ, ਤੇ ਤੁਸੀਂ ਕੋਰਸ ਕਰੋ ਤੇ FBI ਤੋਂ ਤੇ ਹੋਮਲੈਂਡ ਸਿਕਿਉਰਿਟੀ ਤੋਂ ਤੁਸੀਂ ਕਲੀਅਰੈਂਸ ਲਓ ਤੇ ਤੁਸੀਂ ਵਿਜ਼ਿਟ ਕਰ ਸਕਦੇ ਆ। ਮੈਂ ਕਿਹਾ ਤੁਸੀਂ ਵੀਕਲੀ ਕਰਾ ਸਕਦੇ ਹੋ ਵਿਜ਼ਿਟ? ਕਹਿੰਦੇ ਹਾਂ ਵੀਕਲੀ ਕਰਾ ਸਕਦੇ। ਸੋ ਵੀਕਲੀ ਜਾਣਾ, ਉਹ ਪ੍ਰੋਗਰਾਮ ਲਿਖਿਆ, ਉਹ ਟ੍ਰੇਨਿੰਗ ਲਈ, ਕਲੀਅਰੈਂਸ ਲਈ, ਤੇ ਜਾ ਕੇ ਭਰਾਵਾਂ 'ਚ ਪੈ ਗਏ। ਅੱਛਾ, ਜੇਲ੍ਹ ਦੇ ਅੰਦਰ ਜੋ ਜਾ ਕੇ ਸੁਨੇਹਾ ਦੇਣਾ, ਸਾਡੇ ਨਾਲ ਗਾਰਡ ਜਾਣੇ ਆ ਤੇ ਸੁਨੇਹਾ ਸਾਰਿਆਂ ਨੂੰ ਦੇਣਾ। ਅਸੀਂ ਤਾਂ ਮਨੁੱਖਤਾ ਦੀ ਸੇਵਾ ਸਰਹੱਦਾਂ ਨੂੰ ਪਾਰ ਕਰਦੇ ਆ। ਅਸੀਂ ਤਾਂ ਸਾਰਿਆਂ ਨੂੰ ਸੁਨੇਹਾ ਇੰਗਲਿਸ਼ ਵੀ ਦੇਣਾ ਵੀ ਆ ਜਾਓ, ਜਿਹੜਾ ਹੈਗਾ ਆ ਜਾਓ। ਸੋ ਕਾਲੇ ਵੀ ਆ ਜਾਂਦੇ ਸੀ, ਅਫਰੀਕਨ ਵੀ, ਪਾਕਿਸਤਾਨੀ ਵੀ, ਗੁਜਰਾਤੀ ਵੀ, ਸਿੱਖ ਵੀ। ਉਹਨਾਂ ਨੂੰ ਪਤਾ ਹੁੰਦਾ ਸੀਗਾ ਵੀ ਜਿਹੜੀ ਸੇਵਾ ਹੋ ਰਹੀ ਆ ਉਹ ਸਿੱਖ ਸੋਚ ਵੱਲੋਂ ਹੋ ਰਹੀ ਹੈ। ਅੱਛਾ, ਮਤਲਬ ਸੋਚ ਸੈਂਟਰ ਵੱਲੋਂ ਹੋ ਰਹੀ ਆ। ਪਰ ਜਿਹੜਾ ਆ ਰਿਹਾ ਉਹ ਸਿੱਖ ਪਰਿਵਾਰ ਹੈਗੇ ਜਿਹੜੇ। ਐਨੀਵੇ ਜਦੋਂ ਉੱਥੇ ਜਾਣਾ ਤੇ ਉਹ ਕਈ ਜਦੋਂ ਜਾ ਕੇ ਬੈਠਣਾ ਉਹਨਾਂ ਨੂੰ ਬੜੀ ਹੈਰਾਨਗੀ ਹੋਈ। ਫਿਰ ਅਸੀਂ ਰਹਿ ਰਾਸ ਕਰਨੀ ਸ਼ੁਰੂ ਕਰਤੀ। ਸੋ ਸਾਡੀ ਰਹਿ ਰਾਸ ਜੇਲ੍ਹ 'ਚ
ਅੱਛਾ। ਸਾਡਾ ਕੀਰਤਨ ਸੋਲਾ ਜੇਲ੍ਹ 'ਚ, ਸਾਡੀ ਅਰਦਾਸ ਜੇਲ੍ਹ 'ਚ, ਹੈ ਕਿ ਨਹੀਂ। ਸਾਡਾ ਫਿਰ ਅਸੀਂ ਗੁਟਕਾ ਸਾਹਿਬ ਅੰਦਰ ਲੈ ਗਏ ਤੇ ਉੱਥੇ ਅੰਦਰ ਅਲਮਾਰੀ ਬਣਾ ਲਈ ਤਾਂ ਕਿ ਉੱਥੇ ਉਹ ਬੁੱਕਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਗੁਟਕਾ ਸਾਹਿਬ ਹੈਗੇ ਆ ਉਹ ਅੱਡ ਥਾਂ ਤੇ ਰੱਖਣੇ। ਅੰਦਰ ਫਿਰ ਲਾਇਬ੍ਰੇਰੀ ਸ਼ੁਰੂ ਕਰਤੀ ਤਾਂ ਕਿ ਉਹ ਅਖਬਾਰਾਂ ਲੈ ਜਾਣੀਆਂ 100-150 ਤਾਂ ਕਿ ਉਹਨਾਂ ਨੂੰ ਪੜ੍ਹ ਲੈਣ। ਹੁਣ ਅਸੀਂ ਤਾਂ ਸੇਵਾ ਕਰਦੇ ਹਾਂ ਮਨੁੱਖਤਾ ਦੀ ਸਰਹੱਦਾਂ ਤੋਂ ਪਾਰ ਤੇ ਜੇ ਹਿੰਦੂ ਪਰਿਵਾਰ ਨੇ ਕਿਸੇ ਨੇ ਕਿਹਾ ਵੀ ਮੈਨੂੰ ਹਨੂੰਮਾਨ ਚਾਲੀਸਾ ਚਾਹੀਦਾ ਅਸੀਂ ਉਹ ਪ੍ਰਿੰਟ ਕਰਕੇ ਲੈ ਜਾਣਾ। ਤਾਂ ਕਿਸੇ ਨੇ ਕਿਹਾ ਵੀ ਸੁਖਮਨੀ ਸਾਹਿਬ ਦੇ ਲੈ ਕੇ ਆਓ ਅਸੀਂ ਉਹ ਪ੍ਰਿੰਟ ਕਰਕੇ ਲੈ ਜਾਣਾ। ਤੇ ਜੇ ਕਿਸੇ ਨੇ ਕਿਹਾ ਵੀ ਮੁਸਲਮਾਨ ਭਰਾ ਨੇ ਕਿਹਾ ਵੀ ਕੁਰਾਨ ਚੋਂ ਆਇਤਾਂ ਪ੍ਰਿੰਟ ਕਰਨੀਆਂ ਤਾਂ ਅਸੀਂ ਆਇਤਾਂ ਪ੍ਰਿੰਟ ਕਰਤੀਆਂ। ਅੱਛਾ, ਮਤਲਬ ਜੋ ਕਿਸੇ ਨੂੰ ਚਾਹੀਦਾ ਸਿਰਫ ਇੰਨਾ ਆ। ਮੈਂ ਉਹਨਾਂ ਨੂੰ ਜਾ ਕੇ ਇਹ ਕਹਿੰਦਾ ਹੁੰਦਾ ਸੀਗਾ ਵੀ ਦੇਖੋ ਮੈਂ ਤੁਹਾਡੇ ਲਈ ਨਹੀਂ ਆਇਆ। ਤੁਸੀਂ ਸੋਚਦੇ ਆ ਨਾ ਵੀ ਮੈਂ ਤੁਹਾਡੇ ਤੇ ਕੋਈ ਅਹਿਸਾਨ ਕਰਨ ਆਇਆ ਜਾਂ ਮੈਂ ਤੁਹਾਡੇ ਲਈ ਆਇਆ। ਮੈਂ ਤੁਹਾਡੇ ਲਈ ਨਹੀਂ ਆਇਆ, ਮੈਂ ਆਪਣੇ ਲਈ ਆਇਆ ਜੀ। ਮੈਂ ਆਪਣੇ ਲਈ ਆਇਆ, ਆਪਣੇ ਲਈ ਤਾਂ ਆਇਆ ਕਿਉਂਕਿ ਤੁਸੀਂ ਹੈ ਤੇ ਮੈਂ ਇੱਥੇ ਆ ਰਿਹਾ ਤੇ ਤੁਹਾਡੇ ਆਸਰੇ ਕਰਕੇ ਮੇਰੇ 2 ਘੰਟੇ ਪ੍ਰਮਾਤਮਾ ਦੇ ਨਾਲ ਲੱਗ ਜਾਂਦੇ। ਅੱਛਾ, ਠੀਕ ਹੈ। ਸੋ ਮੈਂ ਤੁਹਾਨੂੰ ਨਮਸਕਾਰ ਕਰਦਾ ਪਰ ਮੈਂ ਚਾਹੁੰਦਾ ਹਾਂ ਇੱਕ ਦਿਨ ਮਾਵਾ ਇੱਥੇ ਕੋਈ ਨਾ ਹੋਵੇ, ਮੇਰੀ ਇਹ ਵੀ ਆਸ਼ਾ ਹੈ। ਅੱਛਾ, ਹਾਂ ਬਿਲਕੁਲ ਵੀ ਇਹ ਮੇਰੀ ਜਿਹੜੀ ਮਨ ਦੀ ਤਮੰਨਾ ਇਹ ਛੇਤੀ ਜਿਹੜੀ ਵੀ ਮੈਂ ਵਾਪਸ ਨਾ ਆਵਾਂ ਵੀ ਵਾਰ-ਵਾਰ ਨਾ ਜੇਲ੍ਹ ਦੀਆਂ ਡਿਊਟੀਆਂ ਟੱਪਾਂ। ਹਾਂ, ਪਰ ਜਾਂਦੇ ਆਉਂਦੇ ਹਰੇਕ ਹਫ਼ਤੇ ਆ। ਸੋ ਅਸੀਂ ਗਏ 7 ਸਾਲ 7.5 ਸਾਲ ਹੋ ਗਏ। ਸੋ 7.5 ਸਾਲ ਚ ਇੱਕ ਸਾਲ ਚ 52 ਹਫ਼ਤੇ 52 ਹਫ਼ਤਿਆਂ ਨੂੰ 7 ਵਾਰੀ ਗੁਣਾ ਕਰ ਲਓ 400 ਦੇ ਕਰੀਬ ਹੋ ਜਾਂਦਾ। ਸੋ ਅਸੀਂ 400 ਗੇੜਾ ਲਾਤਾ ਅਜੇ ਲੱਗੀ ਜਾਣੀ ਆ। ਅੱਛਾ ਗੁਰਬਖਸ਼ ਸਾਹਿਬ, ਇੱਕ ਚੀਜ਼ ਬੜੀ ਇੰਟਰਸਟਿੰਗ ਹੈ ਕਿ ਬੰਦਾ ਤਾਂ ਇੱਕ ਦਿਨ ਨਹੀਂ ਛੱਡਦਾ ਇੱਥੇ, ਘੰਟੇ ਨਹੀਂ ਛੱਡਦਾ, ਪਰ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਆ ਹਰ 8 ਘੰਟੇ ਜਾਂ 7 ਘੰਟੇ ਬੰਦਾ ਜੇਲ੍ਹ ਜਾਂਦਾ ਆਉਂਦਾ ਪ੍ਰਪੇਅਰ ਕਰਦਾ, ਹਫ਼ਤੇ ਦੇ 10 ਘੰਟੇ ਇੱਕ ਸੇਵਾ 'ਚ। ਇਹ ਸੋਚ ਜਿਹੜੀ ਹੈਗੀ ਨਾ ਜੀ ਇਹ ਅਨਲਿਮਟਿਡ ਆ ਵੀ ਕੋਈ ਇੱਕ ਪਾਸੇ ਨੂੰ ਨਹੀਂ ਹੈਗੀ ਵੀ ਇੱਕ ਚੀਜ਼ ਕਰਨੀ ਆ। ਜਿਵੇਂ ਹੁਣ ਗੁਰਬੰਤ ਭਾਈ ਨੇ ਦੱਸਿਆ ਹੈਗਾ ਵੀ ਕੋਈ ਵੀ ਚੀਜ਼ ਤੁਸੀਂ ਸੋਚ ਲੈ ਕੇ ਆਓ, ਈਵੈਂਟ ਕ੍ਰੀਏਟ ਹੁੰਦੇ ਆ। ਇਹ ਈਵੈਂਟ ਹੁਣ ਆਲਰੇਡੀ ਚੱਲ ਰਿਹਾ ਹੈਗਾ, ਇਹ ਵੀ ਉਹ ਪਾਰਟ ਆਫ ਲਾਈਫ ਬਣ ਜਾਂਦਾ, ਰਾਈਟ। ਐਵਰੀ ਰੂਟੀਨ ਬਣ ਜਾਂਦਾ ਤੁਹਾਡੀ ਲਾਈਫ ਦਾ ਵੀ ਚੱਲ ਅੱਜ ਉੱਥੇ ਨਹੀਂ ਗਿਆ ਤਾਂ ਮੈਂ ਕੁਝ ਮਿਸ ਕਰ ਰਿਹਾ। ਸੋ ਇਸ ਹਿਸਾਬ ਨਾਲ ਇਹ ਵੀ ਕੰਟੀਨਿਊਸ ਚੱਲ ਰਿਹਾ ਹੈਗਾ। ਐਵਰੀ ਵੀ ਸਾਰੇ ਇਸ ਨਾਲ ਪ੍ਰੋਗਰਾਮ ਨਾਲ ਜੁੜੇ ਹੋਏ ਆ, ਪਰ ਐਟ ਦ ਸੇਮ ਟਾਈਮ ਕੋਈ ਵੀ ਬੰਦਾ ਕੋਈ ਸੋਚ ਦੇ ਮੈਂਬਰ ਨਹੀਂ ਗਏ। ਅੱਛਾ, ਇਟਸ ਓਪਨ ਅਨਲਿਮਟਿਡ। ਤੁਸੀਂ ਸੋਚ ਲਿਆਓ, ਤੁਸੀਂ ਇਵੈਂਟ ਲਿਆਓ, ਵੀ ਆਰ ਰੈਡੀ ਟੂ ਗੋ ਵਿਦ ਯੂ। ਜਿਹੜਾ ਕਿ ਹਿਊਮੈਨਿਟੇਰੀਅਨ ਰੀਜ਼ਨਸ ਲਈ ਕੋਈ ਬ੍ਰੈਕਟਸ ਜਾਂ ਬਾਉਂਡਰੀਜ਼ ਨਹੀਂ ਹੈਗੀਆਂ, ਕੋਈ ਬਾਉਂਡਰੀ ਨਹੀਂ, ਕੋਈ ਧਰਮ ਦਾ ਕੋਈ ਨਹੀਂ, ਕੋਈ ਬੋਲੀ ਦਾ ਨਹੀਂ, ਕੋਈ ਦੇਸ਼ ਦੀ ਕੋਈ ਨਹੀਂ। ਇਟਸ ਅਨਲਿਮਟਿਡ। ਤੁਸੀਂ ਤੁਹਾਡੀ ਸੋਚ, ਤੁਹਾਡਾ ਇਵੈਂਟ, ਵੀ ਵਿਲ ਗੈਟ ਟੂਗੈਦਰ। ਸੋ ਜਿਵੇਂ ਇਹ ਜਿਹੜਾ ਤੁਸੀਂ ਜੇਲ੍ਹ ਦਾ ਗੱਲ ਇਹ ਅੱਜ ਕੱਲ੍ਹ ਵੀ ਮੇਨ ਸੀਗਾ। ਹੋਰ ਵੀ ਜਿਵੇਂ ਹੁਣ ਬਾਈ ਤੁਹਾਨੂੰ ਹੋਰ ਦੱਸ ਸਕਦੇ ਆ ਵੀ ਕਿੱਥੇ ਕਿੱਥੇ ਸੋਚ ਜਾਂਦੀ ਹੈ। ਸੋਮਾਲੀਆ ਤੱਕ ਵੀ ਈਵਨ ਜਿਵੇਂ ਖਾਲਸਾ ਏਡ ਹੈਗੀ ਆ ਉਹ ਵੀ ਅਨਲਿਮਟਿਡ ਆ, ਪਰ ਸਾਡਾ ਵੀ ਆਪਦਾ ਸਾਡੇ 'ਚ ਵੀ ਮੈਂਬਰਸ਼ਿਪ ਵੀ ਤੁਹਾਡੀ। ਤੁਸੀਂ ਕੋਈ ਵੀ ਸਾਨੂੰ ਪ੍ਰੋਗਰਾਮ ਦਿਓ, ਤੁਸੀਂ ਈਵੈਂਟ ਦਿਓ ਤੇ ਅਸੀਂ ਤੁਹਾਡੇ ਨਾਲ ਵੀ ਫਾਈਨੈਂਸ਼ੀਅਲੀ ਵੀ ਚੱਲਾਂਗੇ, ਪਰਸਨਲੀ ਵੀ ਚੱਲਾਂਗੇ। ਅੱਛਾ ਗਿੱਲ ਸਾਹਿਬ, ਸਭ ਤੋਂ ਵੱਡੀ ਮੁਸ਼ਕਿਲ ਕੀ ਹੁੰਦੀ ਤੇ ਕਿਸੇ ਵੀ ਚੀਜ਼ ਨੂੰ ਚਲਾਉਣ ਦੇ ਵਿੱਚ? ਆਪਣੀ ਕਮਿਊਨਿਟੀ ਦੀ ਮੈਂ ਗੱਲ ਕਰਦਾ, ਅਸੀਂ ਪਹਿਲਾਂ ਨਾ ਢਹਿੰਦੀਆਂ ਉਹਦਾ ਕੌਮ 'ਚ ਤਾਂ ਚੜ੍ਹਦੀਆਂ ਕਲਾ ਦੀ ਗੱਲ ਆ, ਹਮੇਸ਼ਾ ਹੀ ਅਸੀਂ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ, ਪਰ ਸਾਡੇ 'ਚ ਇੱਕ ਬਹੁਤ ਵੱਡੀ ਕਮਜ਼ੋਰੀ ਹੈ ਕਿ ਅਸੀਂ ਕੁਐਸਚਨਿੰਗ ਬੜੀ ਕਰਦੇ ਹਾਂ, ਨਾਲ ਤੁਰਨ ਤੋਂ ਪਹਿਲਾਂ ਨਾ ਢੇਰੀ ਕਰਨ ਦੀਆਂ ਗੱਲਾਂ ਕਰ। ਦੇਖੋ ਜੀ, ਇਹ ਜਿਹੜੀਆਂ ਤੁਸੀਂ ਕੁਐਸਚਨ ਪੁੱਛਿਆ ਬਹੁਤ ਵਧੀਆ ਹੈ ਜੀ। ਇਹਦੇ 'ਚ ਇਹ ਚੀਜ਼ ਹੈ ਵੀ ਸਾਡੇ ਖੂਨ ਦੇ ਵਿੱਚ ਹੀ ਇੱਕ ਗੁਰੂ ਮਹਾਰਾਜ ਨੇ ਇੱਕ ਸੇਵਾ ਕਰਨ ਦਾ, ਜਿਵੇਂ ਲੰਗਰ ਲਾਉਣ ਦਾ ਸਾਡੇ ਨਾਲ ਖੂਨ ਦੇ ਵਿੱਚ ਹੀ ਇਹ ਚੀਜ਼ ਵਸੀ ਵੀ ਆ ਵੀ ਅਸੀਂ ਮਨੁੱਖਤਾ ਦੀ ਸੇਵਾ ਕਰੀਏ। ਉਹਦੇ ਬੇਸ ਦੇ ਉੱਤੇ ਹੀ ਅੱਜ ਤੋਂ 7-8 ਸਾਲ ਪਹਿਲਾਂ ਸਾਡੇ ਵੀਰ ਔਲਖ ਸਾਹਿਬ ਨੇ ਇਹਨਾਂ ਨੇ ਮਤਲਬ ਪ੍ਰੋਗਰਾਮ ਸ਼ੁਰੂ ਕੀਤਾ ਤੇ ਅਸੀਂ ਜਿੰਨਾ ਵੱਧ ਤੋਂ ਵੱਧ ਅਸੀਂ ਇਹਨਾਂ ਦਾ ਸਾਥ ਦੇ ਸਕਦੇ ਹਾਂ ਫਾਈਨੈਂਸ਼ੀਅਲੀ ਜਾਂ ਕਿਸ ਤਰ੍ਹਾਂ ਦਾ ਵੀ ਅਸੀਂ ਦਿੱਤਾ। ਪਰ ਜੋ ਇਹਨਾਂ ਦੀ ਜਾਂ ਸਾਰਿਆਂ ਦੀ ਸੋਚ ਰਲ ਕੇ ਇਹਨਾਂ ਨੇ ਜੋ ਪ੍ਰੋਗਰਾਮ ਰੰਭਿਆ ਹੈ ਨਾ, ਇਹ ਪ੍ਰੋਗਰਾਮ ਤਾਂ ਅਨਲਿਮਟਿਡ ਆ। ਇਹਦੇ 'ਚ ਕੋਈ ਕਿਸੇ ਧਰਮ ਦਾ ਨਹੀਂ, ਇਹਦੇ 'ਚ ਕੋਈ ਕਿਸੇ ਜਾਤ ਪਾਤ ਦਾ ਨਹੀਂ, ਇਹਦੇ 'ਚ ਕਿਸੇ ਕੋਈ ਦੇਸ਼ ਦਾ ਨਹੀਂ। ਹੁਣ ਜਿਵੇਂ ਇਹਨਾਂ ਨੇ ਦੱਸਿਆ ਵੀ ਕੋਈ
ਕੋਈ ਕਾਲੇ ਸੀ ਜਾਂ ਗੋਰੇ ਸੀ ਜਾਂ ਵੀ ਡੋਂਟ ਕੇਅਰ। ਜਿਹੜੀ ਸੇਵਾ ਹੈ ਉਹ ਹਰ ਇੱਕ ਬੰਦੇ ਦੀ ਬਰਾਬਰ ਹੋਣੀ ਚਾਹੀਦੀ ਹੈ ਔਰ ਕਰਦੇ ਹਾਂ ਕਿਉਂਕਿ ਬਹੁਤ ਵੱਡੀ ਦੇਣ ਆ ਇਹ ਨਾ ਸਾਡੀ ਸਿਆਟਲ ਦੀ ਮੇਰੇ ਹਿਸਾਬ ਨਾਲ ਸੋਚਿਆ ਜਾਵੇ। ਤੇ ਕਿਉਂਕਿ ਅਸੀਂ ਇਹ ਜਦੋਂ ਦੀ ਇਹ ਸੋਚ ਸ਼ੁਰੂ ਹੋਈ ਆ ਬਹੁਤ ਕੰਮ ਕੀਤੇ ਆ ਨਾ ਜੀ। ਦਿਸ ਨਾਟ ਓਨਲੀ ਲਿਮਟਡ ਫਾਰ ਜੇਲ੍ਹ 'ਚ ਜਾ ਕੇ ਅਸੀਂ ਛੁਡਾਇਆ ਜਾਂ ਅਸੀਂ ਉਹਨਾਂ ਦੀ ਮਦਦ ਕੀਤੀ, ਉਹਨਾਂ ਦੀਆਂ ਬੇਲਾਂ ਭਰੀਆਂ ਜਾਂ ਕੁਛ ਕੀਤਾ। ਉਸ ਤੋਂ ਉੱਤੇ ਉੱਠ ਕੇ ਵੀ ਅਸੀਂ ਜਿਵੇਂ ਬ੍ਰੈਸਟ ਕੈਂਸਰ ਹੈਗਾ ਜਾਂ ਉਹਦੇ ਕੈਂਪ ਲਾਏ। ਫਿਰ ਦੂਸਰਾ ਇੱਥੇ ਜਿਹੜੇ ਹੈਗੇ ਆ ਆਪਣੇ ਗਰੀਬ ਲੋਕ ਆ ਉਹਨਾਂ ਵਾਸਤੇ ਫੂਡ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਹਰ ਹਫ਼ਤੇ ਕਿਉਂਕਿ ਜਿਹੜੀਆਂ ਮਿਲਨ ਕਲੱਬ ਬਣੀਆਂ ਹੋਈਆਂ ਉਹਨਾਂ ਦੀ ਅਸੀਂ ਹੈਲਪ ਕਰਦੇ ਹਾਂ। ਇਹਦੇ ਨਾਲ ਜਿਹੜੀ ਸੋਚ ਆ ਨਾ ਸਾਡੀ, ਜਿਹੜੀ ਇਹਨਾਂ ਨੇ ਮਤਲਬ ਕਾਰਪੋਰੇਸ਼ਨ ਬਣੀ ਆ ਇਹ ਇੱਕ ਤਰ੍ਹਾਂ ਦੀ ਬਹੁਤ ਵੱਡੀ ਰੈਕਗਨਾਈਜ਼ ਆ ਪੂਰੇ USA ਦੇ ਵਿੱਚ ਤੇ ਹਰ ਬੰਦਾ ਇਹਨੂੰ ਲਾਈਕ ਕਰਦਾ। ਅੱਛਾ, ਇੱਕ ਚੀਜ਼ ਜਿਵੇਂ ਤੁਸੀਂ ਗੱਲਬਾਤ ਤੁਹਾਨੂੰ ਦੱਸਦਾ ਸਾਡਾ ਜਿਹੜੀ ਸੋਚ ਆ ਇਹਦੇ ਨਾਲ ਯੂਥ ਵੀ ਨਾਲ ਜੁੜਿਆ ਹੋਇਆ ਨਾ। ਜਿਵੇਂ UW ਤੋਂ ਬੱਚੇ ਨੇ ਉਹ ਆਪਣੇ ਆਪ ਇਨੀਸ਼ੀਏਟਿਵ ਲੈਂਦੇ ਆ ਵੀ ਆਰ ਗੋਇੰਗ ਦੇਅਰ ਟੂ ਸਰਵ ਦ ਪੀਪਲ ਟੂਡੇ, ਅਸੀਂ ਅੱਜ ਆਹ ਕਰਨਾ। ਸੋ ਇਹ ਬਹੁਤ ਵੱਡੀ ਚੀਜ਼ ਆ। ਪਰ ਹਰੇਕ ਦੀ ਜਿਵੇਂ ਤੁਸੀਂ ਵੀ ਵਾਈਡ ਆਈਡੀਆਜ਼ ਵਾਈਡ ਇਵੈਂਟਸ ਜਿਵੇਂ ਵੀ ਹੈਗਾ ਹਿਊਮਨ ਰੇਸ ਲਈ ਅਸੀਂ ਕੰਮ ਕਰਨਾ ਹਿਊਮਨਟੇਰੀਅਨ ਲਈ ਵੀ ਐਵਰੀਬਾਡੀ ਇਜ਼ ਇਕੁਅਲ। ਬਾਬੇ ਨਾਨਕ ਦਾ ਜੋ ਸੰਦੇਸ਼ ਆ ਉਹ ਅਸੀਂ ਇਕੱਲਾ ਇਹਦਾ ਨਹੀਂ ਵੀ ਸਿੱਖੀ 'ਚ ਨਹੀਂ, ਸਾਰੇ ਸਾਡੇ ਲਈ ਬਰਾਬਰ ਨੇ ਜੀ। ਹਿੰਦੂ ਸਿੱਖ ਜੋ ਵੀ ਹੈ ਜੀ। ਅੱਛਾ ਔਲਖ ਸਾਹਿਬ, ਜਦੋਂ ਤੁਸੀਂ ਗੱਲ ਕੀਤੀ ਕਿ ਅੰਦਰ ਜਾ ਕੇ ਜਦੋਂ ਪਾਠ ਕਰਾਉਣੇ ਹੋ ਸੀਗਾ ਆਪਣੇ ਮੁੰਡਿਆਂ ਦਾ ਪਾਠ ਸਮਝ ਆ ਜਾਂਦਾ ਹੈ ਤੇ ਇੰਡੀਆ 'ਚ ਵੀ ਬਹੁਤਿਆਂ ਨੂੰ, ਹਜੇ ਮੈਂ ਗੱਲ ਕਰਾਂ ਤਾਂ ਗੁਜਰਾਤ ਵਾਲਿਆਂ ਨੂੰ ਵੀ ਨਹੀਂ ਪਤਾ ਹੁੰਦਾ। ਉਹ ਵੀ ਕਈ ਵਾਰੀ ਕਹਿ ਦਿੰਦੇ ਕਿ ਗੁਰੂ ਮਹਾਰਾਜ ਉੱਥੇ ਮੱਥਾ ਟੇਕਣ ਜਾਂਦੇ, ਹਲਵਾ ਖਾਧਾ ਤੇ ਵਾਪਸ ਆ ਗਏ। ਤੇ ਪਰ ਜਦੋਂ ਅਦਰ ਦੈਨ ਇੰਡੀਅਨਸ ਜਦੋਂ ਉੱਥੇ ਪਾਠ ਤੁਸੀਂ ਕਰਾਉਣੇ ਹੋ ਕੀ ਉਹਨਾਂ ਨੂੰ ਟਰਾਂਸਲੇਟ ਕਰਦੇ ਹੋ, ਕੀ ਸਮਝਦੇ ਨੇ? ਕੀ ਇਹ ਮੈਡੀਟੇਸ਼ਨ ਦੇ ਵਿੱਚ ਹੈਲਪਫੁਲ ਹੈਗਾ ਜੋ ਉਹਨਾਂ ਨੇ ਕ੍ਰਾਈਮ ਕੀਤਾ? ਇਸ ਦੇ ਕਰੈਕਸ਼ਨ ਹੁੰਦੀ ਹੈ ਉਹਨਾਂ ਦੀ ਕਿਤੇ ਨਾ ਕਿਤੇ? ਜਿਹੜਾ ਇਮੀਗ੍ਰੇਸ਼ਨ, ਮੈਂ ਇਹ ਦੱਸਣਾ ਚਾਹੁੰਦਾ, ਜਿਹੜੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਹੈ ਨਾ ਉਹ 'ਚ ਕ੍ਰਿਮੀਨਲ ਬਹੁਤ ਘੱਟ ਹੈ। ਇਲੀਗਲ ਇਮੀਗ੍ਰੈਂਟ ਜਿਹੜੇ ਹੈਗੇ ਆ, ਏਲੀਅਨ ਹੈਗੇ ਉਹ ਹੈਗੇ ਆ। ਪਰ ਐਨੀਵੇ ਰੱਬ ਦੀ ਧਰਤੀ ਆ, ਸਾਰੇ ਆਪਾਂ ਇੱਥੇ ਏਲੀਅਨ ਹੀ ਆ। ਸੋ ਅਸੀਂ ਕੀ ਕਰਦੇ, ਸੋਚ ਕੀ ਕਰਦੀ, ਪਰ ਅਸੀਂ ਵੀ ਅੱਖਰ ਨਹੀਂ ਵਰਤੂੰਗਾ, ਸੋਚ ਕਹੂੰਗਾ। ਸੋਚ ਕੀ ਕਰਦੀ ਆ ਕਿ ਪਹਿਲਾਂ ਜਾਣਾ, ਜਾ ਕੇ ਕਹਿਣਾ ਵੀ ਕ੍ਰਿਸਚੈਨਿਟੀ 'ਚੋਂ ਕਿਸੇ ਨੇ ਸੁਨੇਹਾ ਦੇਣਾ ਤਾਂ ਦਿਓ, ਵੇਦ 'ਚੋਂ ਕਿਸੇ ਨੇ ਦੇਣਾ ਤਾਂ ਦਿਓ, ਕਿਸੇ ਨੇ ਹਨੂੰਮਾਨ ਚਾਲੀਸਾ ਪੜ੍ਹਨਾ ਉਹ ਪੜ੍ਹ ਲਓ, ਕਿਸੇ ਨੇ ਮੁਹੰਮਦ ਸਾਹਿਬ ਦੀ ਆਇਤ ਪੜ੍ਹਨੀ ਆ ਉਹ ਪੜ੍ਹ ਲਓ ਤੇ ਬਾਅਦ ਦੇ ਵਿੱਚ ਆਪਾਂ ਰਹਿ ਰਸ ਕਰਾਂਗੇ ਤੇ ਕੀਰਤਨ ਸੋਭਾ ਕਰਾਂਗੇ, ਠੀਕ ਹੈ ਜੀ, ਤੇ ਅਰਦਾਸ ਕਰਾਂਗੇ। ਇਹ ਟੂ ਦ ਐਂਡ ਹੈਗੀ। ਤੇ ਫਿਰ ਉੱਥੇ ਇਕੱਲਾ ਜਾ ਕੇ ਇਹ ਨਹੀਂ ਵਿੱਚ ਫਟਾਫਟ ਵੀ ਚਲੋ ਵੀ ਅਰਦਾਸ ਕਰੀਏ। ਪਹਿਲਾਂ ਜਾ ਕੇ ਉੱਥੇ ਸਭ ਤੋਂ ਬੜਾ ਇਹ ਆ ਕਿ ਉਹਨਾਂ ਨੂੰ ਹੌਸਲਾ ਹੋ ਗਿਆ ਵੀ ਸਾਡੇ ਕੋਲ ਕੋਈ ਆਇਆ ਬਾਹਰੋਂ ਜੀ। ਆਫਿਸਰਾਂ ਨੂੰ ਇਹ ਹੋ ਗਿਆ ਵੀ ਇੱਥੇ ਕੋਈ ਆਉਂਦਾ, ਅਸੀਂ ਟੋਰਚਰ ਨਹੀਂ। ਮੇਰਾ ਪਹਿਲਾ ਸਵਾਲ ਇਹ ਹੁੰਦਾ, ਕਿਸੇ ਦੇ ਨਾਲ ਤੁਹਾਡਾ ਫਿਜ਼ੀਕਲ ਟੋਰਚਰ ਹੋਰ ਕੀਤਾ ਤੁਹਾਨੂੰ ਕਿਸੇ ਨੇ? ਤੁਹਾਨੂੰ ਵਰਬਲ ਅਬਿਊਜ਼ ਕੀਤਾ ਕਿਸੇ ਨੇ? ਕੋਈ ਮੈਂਟਲ ਅਬਿਊਜ਼ ਕੀਤਾ ਤੁਹਾਨੂੰ ਕਿਸੇ ਨੇ? ਠੀਕ ਨਹੀਂ? ਡੋਂਟ ਸਟੇ ਮਮ, ਤੁਸੀਂ ਚੁੱਪ ਨਾ ਰਹੋ। ਤੁਹਾਡਾ ਇੱਥੇ ਦਾ ਕਾਨੂੰਨ, ਇਹ ਦੇਸ਼ ਦੀ ਖੂਬਸੂਰਤੀ ਇਹ ਹੈਗੀ ਹੈ ਕਿ ਤੁਸੀਂ ਚੁੱਪ ਨਾ ਰਹੋ, ਤੁਸੀਂ ਦੱਸੋ ਤੇ ਤੁਹਾਡੇ ਹੱਕ ਆ ਜਿਹੜੇ ਪੂਰੇ ਤੁਹਾਨੂੰ ਮਿਲਣਗੇ। ਇਹ ਨਾ ਹੋਵੇ ਫਿਰ ਅੰਦਰ ਰੱਸੀ ਨਹੀਂ ਲਿਜਾਣ ਦਿੰਦੇ, ਧਾਗਾ ਨਹੀਂ ਲਿਜਾਣ ਦਿੰਦੇ। ਚਲੋ ਮੈਂ ਕਹਿੰਦਾ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ। ਅਸੀਂ ਹਰੇਕ ਡਿਟੇਨੀ ਜਿਹੜੇ ਆਪਣੇ ਸੀਗੇ ਸਾਰਿਆਂ ਦੇ ਪਰਨੇ ਸੀਗੇ 5-5 ਫੁੱਟ ਤੇ ਗਰੰਟੀ ਅਸੀਂ ਲਈ ਸੀ ਵੀ ਮਿਸਯੂਜ਼ ਨਹੀਂ ਹੋਣਗੇ ਸਾਰਿਆਂ ਦੇ ਪਰਨੇ, ਕਿਉਂਕਿ ਜਦੋਂ ਅਸੀਂ ਆਪਣਾ ਗੁਰਬਾਣੀ ਪੜ੍ਹਨੀ ਹੈ ਤਾਂ ਸਿਰ ਤੇ ਢੱਕਣਾ ਬਿਲਕੁਲ। ਤੇ ਅਸੀਂ ਫਿਰ ਪਰਨੇ ਅੰਦਰ ਜਾਣੇ ਸ਼ੁਰੂ ਕਰਦੇ, ਅਪਰੂਵਲ ਕਰਾਇਆ। ਪਰ ਲੱਗਾ ਬਹੁਤ ਚਿਰ, ਮਿਹਨਤ ਨੂੰ ਫਲ ਤਾਂ ਪੈਂਦਾ ਨਹੀਂ, ਲੱਗੇ ਰਹੋ। ਮਤਲਬ ਸਾਲ ਲੱਗ ਗਿਆ, ਪ੍ਰੋਟੋਕੋਲ ਲਿਖਦਿਆਂ ਨੂੰ ਪਈ ਲੈ ਜਾ। ਉਹ ਫਿਰ ਇਦਾਂ ਦੀ ਰੀਤ ਚੱਲੀ ਕਿ ਅੰਦਰ ਡਿਟੇਨੀਜ਼ ਜਿਹੜੇ ਸੀਗੇ ਹੋਰ ਦੇਸ਼ਾਂ ਦੇ ਵੀ ਆਇਓ, ਉਹ ਕਹਿੰਦੇ ਯਾਰ ਜਾਂਦੇ ਨਾ ਪ੍ਰੇਅਰ ਹੋਣ ਲੱਗੀਆਂ ਹੈਗੀਆਂ, ਜੇਲ੍ਹ ਸਾਡੇ 'ਚ ਰੌਲਾ ਰੱਪਾ ਤੇ ਆਹ ਇਨਡਿਸਪਲਿਨ ਨਹੀਂ ਹੁੰਦਾ, ਖਰੂਦ ਘੱਟ ਪੈਂਦਾ ਤੇ ਮੈਂਟਲ ਜਿਹੜੇ ਹੈਗੇ ਉਹ, ਪਰ ਸਾਡੀ ਜੇਲ੍ਹ ਨਾ ਸਟੇਬਲ ਜਿਹੀ ਹੈ। ਸੋ ਇਹ ਗੁਰਬਾਣੀ ਦੀ ਤਾਕਤ ਆ ਕਿ ਤੁਸੀਂ ਜਦੋਂ ਬੰਦੇ ਨੂੰ ਜਾਂਦੇ ਆ, ਮਿਲਦੇ ਆ, ਤਾਂ ਤੁਸੀਂ ਕਿਸੇ ਦੁਖੀ ਦੇ ਕੋਲ ਬਹਿਣਾ, ਉਹ ਇਕੱਲਾ ਤੁਹਾਡਾ ਤਾਂ ਜੀਵਨ ਸਵਾਰ ਹੁੰਦਾ ਹੀ ਆ, ਪਰ ਤੁਸੀਂ ਇੱਕ ਉੱਭਰੇ ਹੋਏ, ਇੱਕ ਉੱਪਰ ਉੱਠੀ ਹੋਈ ਭਾਵਨਾਵਾਂ ਨੂੰ ਵੀ ਤੁਸੀਂ ਸ਼ਾਂਤ ਕਰ ਦਿੰਦੇ ਆ। ਜਦੋਂ ਬਾਹਰਲਾ ਬੰਦਾ ਜਾ ਕੇ ਕਹਿੰਦਾ ਕੋਈ ਗੱਲ ਨਹੀਂ, ਆਫਟਰ ਐਵਰੀ ਨਾਈਟ ਦੇयर ਇਜ਼ ਅ ਡੇ, ਬਿਲਕੁਲ
ਸੋ ਹਰੇਕ ਰਾਤ ਤੋਂ ਬਾਅਦ ਇੱਕ ਸਵੇਰ ਦੀ ਕਿਰਨ ਆਊਗੀ, ਉਹ ਤੇਰੇ ਜੀਵਨ 'ਚ ਹੈ। ਕਿਦੋਂ ਹੈਗੀ ਮੈਨੂੰ ਨਹੀਂ ਪਤਾ, ਪਰ ਜੀਵਨ 'ਚ ਤੇਰੇ 'ਚ ਹੈ, ਇੰਨਾ ਮੈਂ ਤੈਨੂੰ ਕਹਿ ਦਿੰਦਾ, ਇਹ ਮੇਰੀ ਗਰੰਟੀ ਹੈ ਤੇਰੀ। ਸੋ ਜਿੱਦਾਂ ਜਿੱਦਾਂ ਰਿਲੀਜ਼ ਹੋਈ ਜਾਣੇ ਹੌਲੀ 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 ਤੇ ਬਾਹਰੋਂ ਵੀ ਫੋਨ। ਵੈਸੇ ਇਹ ਵੀ ਗੱਲ ਹੈ ਕਿ ਹੈ ਤਾਂ ਦਰਿਆ ਦੇ ਪਾਣੀ ਵਰਗਾ ਕੰਮ, ਜਿੰਨੇ ਕੁ ਬਾਹਰ ਗਏ ਉਨੇ ਕੁ ਪਿੱਛੋਂ ਹੋਰ ਆਈ ਜਾਂਦੇ ਸੀਗੇ। ਮੈਂ ਅਜੇ ਵੀ ਆਈ ਜਾਂਦੇ ਹੋਣੇ, ਆਪਾਂ ਗੱਲ ਕਰ ਰਹੇ ਕੋਈ ਨਾ ਕੋਈ ਆ ਰਿਹਾ ਹੋਣਾ। ਕਈ ਵਾਰੀ ਇੱਕ ਵਾਰੀ ਤੱਕ ਹਾਲ 2 ਭਰ ਗਏ। ਅੱਛਾ, ਉਹ ਕਹਿੰਦੇ ਵੀ ਤੇਰੀ ਤਾਂ ਪ੍ਰੇਅਰ ਸਰਵਿਸ ਹੀ ਸਾਨੂੰ ਵਕਤ ਪਾਈ ਜਾਂਦੀ ਹੈ, ਹੈਨਾ। ਇੱਕ ਵਾਰੀ ਗਿਆ ਤਾਂ ਉੱਥੇ 11। ਮੈਂ ਕਿਹਾ ਸ਼ੁਕਰ ਪਰਮਾਤਮਾ, ਰਾਈਟ। ਪਰ ਨਾਲ ਇਹ ਆ ਵੀ ਅੜਿਓ ਆ ਵਿਚਾਰੇ ਹਜੇ ਆਏ ਨਹੀਂ, ਮੈਕਸੀਕੋ ਦੇ ਬਾਰਡਰ ਤੇ ਕਿਤੇ ਫਸੇ ਹੋਣਗੇ ਜਾਂ ਬਾਹਰ ਗੈਸ ਸਟੇਸ਼ਨਾਂ ਤੇ ਕੰਮ ਕਰਦੇ ਹੈਗੇ ਆ, ਤੇ ਪਤਾ ਨਹੀਂ ਲੱਗਦਾ ਕਦੋਂ ਫੜ ਕੇ ਲੈ ਆਉਣੇ ਆ। ਸੋ ਸਾਡਾ ਕੰਮ ਹੈਗਾ ਆ ਵੀ ਤੁਸੀਂ ਲਈ ਆਓ, ਅਸੀਂ ਇਹਨਾਂ ਦੇ ਨਾਲ ਖੜੇ ਹਾਂ, ਕਿਉਂਕਿ 2 ਚੀਜ਼ਾਂ ਦਾ ਹੱਕ ਤੁਹਾਨੂੰ ਕੁਦਰਤ ਦਿੰਦੀ ਹੈ, ਕਾਨੂੰਨ ਬਾਅਦ ਚ ਦਿੰਦਾ। ਪਹਿਲਾ ਕਿ ਤੁਹਾਨੂੰ ਸਰਵਾਈਵਰਸ਼ਿਪ ਜੀ, ਵੀ ਇੱਥੇ ਮੈਂ ਜਾਨਵਰ 'ਚ ਵੀ ਸਰਵਾਈਵਰਸ਼ਿਪ ਹੈ, ਉਹਨੂੰ ਪ੍ਰਮਾਤਮਾ ਨੇ ਉਹਨਾਂ ਗੁਣੀ ਬਣਾ ਕੇ ਭੇਜਿਆ, ਦਾਣਾ ਚੁਗਣ ਦਾ, ਰੋਟੀ ਖਾਣ ਦਾ, ਸੱਪ ਨੂੰ ਵੀ ਆ, ਚਿੜੀਆਂ ਨੂੰ ਵੀ ਆ, ਸਾਰਿਆਂ ਨੂੰ ਸਰਵਾਈਵਰਸ਼ਿਪ ਦਾ ਜਿਹੜਾ ਹੈਗਾ ਜੀਣ ਦਾ ਇੱਕ ਬਲ ਬਖਸ਼ਿਆ ਹੈਗਾ। ਸੋ ਸਾਨੂੰ ਵੀ ਬਖਸ਼ਿਆ ਹੈਗਾ ਕਿ ਅਸੀਂ ਇਕੱਲੇ ਸਰਵਾਈਵਰਸ਼ਿਪ ਤੋਂ ਉੱਥੇ ਉੱਠ ਕੇ ਆਪਣੀ ਜ਼ਿੰਦਗੀ ਵਧੀਆ ਬਣਾਉਣ ਜਾਂਦੇ ਜੀ, ਸਾਨੂੰ ਹੱਕ ਹੈ। ਪਰ ਹਾਲਾਤ ਸਾਡੇ ਜਿੱਥੇ ਅਸੀਂ ਜਨਮ ਭੂਮੀ ਆ, ਉਹਦੇ ਹਾਲਾਤ ਇੰਨੇ ਮਾੜੇ ਆ ਕਿ ਸਾਨੂੰ ਆਪਣਾ ਦੇਸ਼ ਛੱਡਣਾ ਪੈਂਦਾ। ਤੁਸੀਂ ਆਪਣਾ ਘਰ ਛੱਡ ਕੇ ਬਾਹਰ ਜਾਓ, ਇਹ ਵੀ ਬਦਕਿਸਮਤੀ ਹੈ। ਆਪਾਂ ਸਾਰੇ, ਹੁਣ ਮੈਂ ਆ ਜਾਂ ਵੀਰ ਜੀ ਆ ਜਾਂ ਆਪਾਂ ਸਾਰੇ, ਅਸੀਂ ਇੱਥੇ ਜਿੰਨੇ ਵੀ ਪਰਿਵਾਰ ਆ ਜਾਂ ਬਾਹਰਲੇ ਦੇਸ਼ਾਂ, ਇੱਥੇ ਰੀਬਨ ਕੱਟਣ ਦਾ ਆਏ ਨਹੀਂ ਨਾ, ਪਿਆਓ ਜੀ ਰੀਬਨ ਕੱਟ ਜੋ ਸਾਡਾ। ਅਸੀਂ ਆਏ ਤਾਂ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਵਧੀਆ ਮਾਹੌਲ 'ਚ ਦੇਣ ਨੂੰ। ਪਰ ਮੈਂ ਇੱਥੇ ਆ ਗਿਆ, ਮੈਂ ਗ੍ਰੀਨ ਕਾਰਡ ਲੈ ਲਿਆ, ਮੈਂ ਰੈਜ਼ੀਡੈਂਸੀ ਲੈ ਲਈ, ਮੈਂ ਸਿਟੀਜ਼ਨਸ਼ਿਪ ਲੈ ਲਈ, ਤੇ ਜੇ ਮੈਂ ਸਿਟੀਜ਼ਨਸ਼ਿਪ ਲੈ ਕੇ ਘਰ ਬਣਾ ਲਿਆ, ਸਾਰਾ ਕੁਝ ਕਰਿਆ, ਮੈਂ ਕਿਹਾ ਯੂ ਨੋ ਵਾਟ, ਮੈਂ ਸੁਖੀ ਤਾਂ ਰੱਬ ਸੁਖੀ, ਮੈਂ ਸੁਖੀ ਤਾਂ ਸੰਸਾਰ ਸੁਖੀ, ਮੈਂ ਸੁਖੀ ਤਾਂ ਸਾਰਾ ਸੰਸਾਰ ਸੁਖੀ। ਇਹ ਭਾਵਨਾ ਸਭ ਤੋਂ ਨਿਕੰਮੀ ਭਾਵਨਾ ਜੀ, ਮੈਂ ਸੁਖੀ ਤਾਂ ਸਾਰਾ ਸੰਸਾਰ ਸੁਖੀ ਨਹੀਂ। ਹੁਣ ਤੁਸੀਂ ਸੁਖੀ ਹੋ ਗਏ ਆ, ਹੁਣ ਤੁਸੀਂ ਦੂਜਿਆਂ ਨੂੰ ਵੀ ਦੇਖੋ ਜਿੱਥੇ ਕਿ ਤੁਸੀਂ ਸੀ ਪਹਿਲਾਂ। ਬਿਲਕੁਲ ਬਿਲਕੁਲ, ਉਹ ਜਗ੍ਹਾ ਤੇ ਆ ਕੇ ਦੇਖੋ, ਉਹ ਜਗ੍ਹਾ ਤੇ ਆ ਕੇ ਇਨਸਿਕਿਉਰ ਫੀਲ ਨਾ ਕਰੋ। ਹਾਂ, ਤੁਸੀਂ ਵੀ ਦੇਖੋ ਕਿਵੇਂ ਆਏ, ਤੁਹਾਨੂੰ ਵੀ ਕਿਸੇ ਨੇ ਬਾਹਰ ਪੜੀ। ਕਈ ਮੈਨੂੰ ਕਹਿਣਗੇ ਉਹ ਮੁੰਡੇ ਤਾਂ ਆਈ ਜਾਂਦੇ ਹੈਗੇ ਆ ਪਿੱਛੋਂ, ਮੁੰਡਿਆਂ ਨੂੰ ਤਾਂ ਇਦਾਂ ਨਹੀਂ। ਮੈਂ ਕਿਹਾ ਤੁਸੀਂ ਵੀ ਕਿਸੇ ਦਿਨ ਆਏ ਸੀ, ਰਾਈਟ। ਮੈਂ ਵੀ ਇੱਥੇ ਦੇਖੇ ਹੈਗੇ ਆ। ਆਹ ਤਾਂ ਜਿਹੜਾ ਸੋਚ ਦਾ ਇਕੱਲਾ ਇਮੀਗ੍ਰੇਸ਼ਨ ਦਾ ਆਪਾਂ ਗੱਲ ਕਰੀਏ ਜੀ 4 ਘੰਟੇ ਲੱਗ ਜਾਣੇ। ਫਿਰ ਤੁਹਾਨੂੰ ਜੇ ਅਸੀਂ ਸੀਰੀਆ ਦੇ ਜਿਹੜੇ ਉੱਥੇ ਬੱਚੇ ਰੇਗਿਸਤਾਨ ਦੇ ਵਿੱਚ ਠੰਡ 'ਚ ਮਰ ਰਹੇ ਸੀਗੇ, ਉੱਥੇ ਕੰਬਲ ਭੇਜੇ ਕੰਟੇਨਰ ਭਰ ਕੇ, ਉਹ ਦੱਸੀ, ਉਹ ਇੱਕ ਸਟੋਰੀ ਹੈ, ਉਹ ਬਾਅਦ 'ਚ ਕਰਾਂਗੇ। ਤਾਂ ਮਤਲਬ ਸਾਡੇ ਚੈਪਟਰ ਹੀ ਗੁਰੂ ਨਾਨਕ ਦੇਵ ਜੀ ਦੇ ਬਹੁਤ ਜ਼ਿਆਦੇ ਆ। ਅੱਛਾ, ਗੱਲ ਸੁਣੋ ਕਿ ਲਿਸਨਰਸ ਨੂੰ, ਆਪਣੇ ਜਿਹੜੇ ਸਾਰੇ ਵਿਊਅਰਸ ਆਪਾਂ ਦੇਖ ਰਹੇ ਆ, ਇਹਨਾਂ ਨੂੰ ਆਪਣੀ ਵੈਬਸਾਈਟ ਬਾਰੇ ਜਾਣਕਾਰੀ ਦੇ ਦਿਓ, ਕਿਉਂਕਿ ਇੰਨੀ ਗੱਲ ਹੈ ਜਿਹੜੀ ਉਹ ਇਸ ਦੇ ਵਿੱਚ, ਕਿਉਂਕਿ ਮੈਂ ਸਿੱਧੀ ਗੱਲ ਕਹਾਂ ਕਿ ਇਹ ਤਾਂ ਮੈਂ ਤਾਂ ਕੋਸ਼ਿਸ਼ ਕੀਤੀ ਕਿ ਥੋੜੀ ਜਿਹੀ ਗੱਲ ਕਰਾਂ, ਪਰ ਮੈਂ ਉਹ ਇਸ ਗੱਲ ਨੂੰ ਪੂਰੀ ਸੋਚ ਦੀ ਜਿਹੜੀ ਸੋਚ ਹੈ ਉਹਨੂੰ ਮੈਂ ਇੰਨੇ ਕੁ ਸਮੇਂ ਦੇ ਵਿੱਚ ਮੈਂ ਨਹੀਂ ਕਨਕਲੂਡ ਕਰ ਸਕਦਾ। ਇਹ ਤਾਂ ਜੇ ਪਾਰਟ ਹੈ, ਛੋਟਾ ਜਿਹਾ ਪਾਰਟ ਹੈ। ਬਾਕੀ ਜੇ ਤੁਸੀਂ ਸੋਚ ਬਾਰੇ ਡੂੰਘਾ ਜਾਓਗੇ ਨਾ, ਜੋ ਵੈਬਸਾਈਟ ਤੇ ਜਿਹੜਾ ਵੀ ਇਨਸਾਨ ਜਾਊਗਾ, ਦੇ ਕੈਨ ਨੋ ਵਾਟ ਵੀ ਹੈਵ ਓਵਰ ਦੇਅਰ ਜੀ, ਕਿਉਂਕਿ ਇਹਦੇ 'ਚ ਇਹ ਹੈਗਾ ਵੀ ਛੋਟੀ ਜਿਹੀ ਚੀਜ਼ ਦੇ ਵਿੱਚ ਬਹੁਤ ਕੁਝ ਭਰਿਆ ਹੋਇਆ, ਬਹੁਤ ਜ਼ਿਆਦਾ ਹੀ ਭਰਿਆ ਹੋਇਆ। ਉਹਦੇ ਨਾਲ ਇਹ ਹੈਗਾ ਵੀ ਤੁਸੀਂ ਸਾਡੇ ਨਾਲ ਜੁੜੋ। ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਜਦੋਂ ਕੋਈ ਇੱਥੇ ਪੱਕਾ ਰਹਿਣ ਆਉਂਦਾ ਤਾਂ ਅਸੀਂ ਲੋਕ ਜੈਲਸ ਕਰਦੇ ਹਾਂ, ਪਰ ਮੇਰੇ ਹਿਸਾਬ ਨਾਲ ਵੀ 5-7% ਲੋਕ ਹੋਣਗੇ। ਅਸੀਂ ਲੋਕ ਜਿਹੜੇ ਉਹ ਇਲੀਗਲ ਆਉਂਦੇ ਆ ਨਾ, ਸਾਨੂੰ ਹਮਦਰਦੀ ਕਰਕੇ ਅਸੀਂ ਉਹਨੂੰ ਕਹਿੰਦੇ ਵੀ ਲੀਗਲ ਤਰੀਕੇ ਨਾਲ ਆਓ। ਹਾਂਜੀ, ਤੁਸੀਂ ਰਾਹ ਦੇ ਵਿੱਚ ਕਿੰਨੀਆਂ ਮੌਤਾਂ ਪਿੱਛੇ 50 ਬਿਲਕੁਲ ਕੰਟੇਨਰ 'ਚ ਪਤਾ ਨਹੀਂ ਕਿੱਥੋਂ ਦੇ ਸੀ। ਸਾਨੂੰ ਤਾਂ ਇਹ ਦੁੱਖ ਹੁੰਦਾ ਵੀ ਤੁਸੀਂ ਕਿੰਨੀ ਤਕਲੀਫਾਂ ਝੱਲ ਕੇ ਆਉਣੇ ਆ ਤੇ ਆਪਦੇ ਦੇਸ਼ ਦੇ ਵਿੱਚ ਰਹੋ। ਪਰ ਆਪਣਾ ਹੁਣ ਸਿਚੁਏਸ਼ਨ ਇਹੋ ਜਿਹੀ ਹੋ ਗਈ ਵੀ ਹਰ ਬੱਚਾ ਕਹਿੰਦਾ ਮੈਂ ਤਾਂ ਬਾਹਰ ਜਾਣਾ। ਬਾਹਰ ਵੀ ਮਜਬੂਰੀ ਆ, ਕਿਉਂਕਿ ਸਾਡੀਆਂ ਗੌਰਮੈਂਟਾਂ ਨੇ ਜੋ ਕੁਛ ਉੱਥੇ ਕੀਤਾ ਸਾਰਿਆਂ ਨੂੰ ਪਤਾ ਉਹਦੇ ਬਾਰੇ। ਇੱਕ ਨਾ ਮੈਂ ਤੁਹਾਨੂੰ ਘਟਨਾ ਦੱਸਣੀ ਚਾਹੁੰਦਾ ਜੀ। ਇੱਕ ਵਾਰੀ ਅਸੀਂ ਮਾਤਾ ਪਿਤਾ ਨੂੰ ਜੇਲ੍ਹ 'ਚ ਫੜ ਲਿਆ, ਬਾਰਡਰ ਕ੍ਰੋਸ ਕਰਦੇ ਹਾਂ। ਬੇਟਾ ਤੇ ਬੇਟੀ, ਇੱਕ 8 ਸਾਲ ਦੀ ਬੇਟੀ ਤੇ 6 ਸਾਲ ਦਾ ਬੇਟਾ ਜੀ, ਉਹ ਅਸੀਂ ਘਰ ਆ, ਤੇ ਉਹ ਬੇਟੇ ਨੂੰ, ਬੇਟੀ 8 ਸਾਲ ਦੀ ਸੀ ਤੇ ਬੇਟਾ 6 ਸਾਲ ਦਾ ਸੀ ਜੀ। ਤੇ ਉਹ ਲਿਆਂਦਾ ਤੇ ਘਰ ਤੇ ਬੱਚੇ ਸਹਿਮੇ ਹੋ। 2 ਦਿਨ ਪਹਿਲਾਂ ਇੰਡੀਆ ਤੋਂ ਚੱਲਿਆ, ਕੈਨੇਡਾ ਤੋਂ ਬਾਰਡਰ ਕ੍ਰਾਸ ਕਰਕੇ ਇੱਧਰ ਆ ਗਏ। ਪੇਰੈਂਟ ਨੂੰ ਜੇਲ੍ਹ ਨੇ ਫੜ ਲਿਆ, ਬੱਚੇ ਰਿਲੀਜ਼
ਤੁਸੀਂ ਕਰਾ ਸਕਦੇ ਆ, ਉਹ ਵੀ ਸਪੈਸ਼ਲ ਸਰਕਮਸਟੈਂਸਸ ਤੇ ਉਹਨੂੰ ਕਹੀਏ ਨਾ ਲਓ, ਵਿਚਾਰੇ ਸਹਿਮੇ ਹੋ, ਇੱਕ ਨਵਾਂ ਦੇਸ਼ ਤੇ ਰੋਟੀ ਰੱਖੀ ਤੇ ਇਦਾਂ ਚੌਲ ਪਾਏ ਤੇ ਰਾਜਮਾ ਦੀ ਦਾਲ ਪਾਉਣ ਲੱਗਾ। ਦਾਲ ਪਾ ਕੇ ਮੈਂ ਕਿਹਾ ਬੇਟਾ ਜੀ, ਮੈਂ ਬੇਟੀਆਂ ਨੂੰ ਬੇਟਾ ਜੀ ਕਹਿੰਦਾ, ਮੈਂ ਕਿਹਾ ਬੇਟਾ ਜੀ ਲਓ ਖਾਓ। 8 ਸਾਲ ਦੀ ਬੱਚੀ, 8 ਸਾਲ ਦੀ ਬੱਚੀ ਨੂੰ ਮੈਂ ਪਲੇਟ ਦੇ ਰਿਹਾ ਤੇ ਬੇਟੇ ਖਾਓ ਤੁਸੀਂ। ਬੇਟੀ ਨੇ 8 ਸਾਲ ਦੀ ਬੇਟੀ ਨੇ ਪਲੇਟ ਮੇਰੇ ਤੋਂ ਫੜੀ, ਕਹਿੰਦੀ ਮੈਂ ਵੀਰੇ ਨੂੰ ਖਿਲਾ ਦਵਾਂ। ਮੈਂ 8 ਸਾਲ ਦਾ ਬੱਚਾ 2 ਦਿਨਾਂ 'ਚ ਮਾਂ ਬਣਦਾ ਦੇਖਿਆ। ਇੱਕ ਸਟੋਰੀਆਂ ਇੱਕ ਨਹੀਂ, ਬਹੁਤ ਜ਼ਿਆਦਾ ਜੀ। ਸੋ ਚਲੋ, ਕਿਉਂਕਿ ਸਾਡਾ ਵੀ ਕੈਮਰਾ ਸਾਥ ਨਹੀਂ ਦੇ ਰਿਹਾ ਗਰੇਵਾਲ ਸਾਹਿਬ, ਫਿਰ ਤੁਹਾਡੇ ਤੋਂ ਵੀ ਇਜਾਜ਼ਤ। ਸੋਚ ਦਾ ਕੰਮ ਹੈ, ਜਿਵੇਂ ਤੁਸੀਂ ਇੰਟਰਵਿਊ ਕਰ ਰਹੇ ਹੋ, ਹਾਂਜੀ, ਵੀ ਸਮੁੰਦਰ ਨੂੰ ਕੁਝੇ 'ਚ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਸੋਚ ਤਾਂ ਬਹੁਤ ਵੱਡੀ ਆ ਤੇ ਵੀ ਅਨਲਿਮਿਟਿਡ ਆ। ਵੀ ਇਹ ਤਾਂ ਇਕੱਲੀ ਇਮੀਗ੍ਰੇਸ਼ਨ ਦੀ ਗੱਲ ਆ, ਜਿਵੇਂ ਸੀਰੀਆ 'ਚ ਉੱਥੇ ਵੀ ਹੈਲਪ ਹੁੰਦੀ ਆ। ਇੱਕ ਦੂਸਰਾ ਵੀ ਜਿੱਥੇ ਆਪਣਾ ਮੇਰਾ ਖਿਆਲ ਅਫਰੀਕਾ ਦੀ ਕੋਲ ਸਵਾਲ ਗਿਆ ਬਕਰਾ ਬੜਾ ਕੁਝ ਬਹੁਤ ਆ ਉਸ ਵੀ ਕਿੱਥੇ ਕਿੱਥੇ ਵੀ ਜਿਹੜੀ ਇਹ ਆ ਵੀ ਬਾਬੇ ਨਾਨਕ ਵਾਲੇ ਫਲਸਫੇ ਦੇ ਆ ਸਾਰਾ ਕੁਝ, ਇਟਸ ਅਨਲਿਮਿਟਿਡ। ਵੀ ਹਰੇਕ ਆ ਜਾਓ ਜੁੜੋ, ਵੀ ਜਿੱਥੇ ਵੀ ਕਿਸੇ ਨੂੰ ਹਿਊਮੈਨਿਟੇਰੀਅਨ ਹੈਲਪ ਚਾਹੀਦੀ ਆ ਦੱਸੋ ਸਾਨੂੰ ਜੀ। ਮੈਂ ਇੱਕ ਸੁਨੇਹਾ ਲਾਸਟ ਦੇਣਾ ਚਾਹੁੰਦਾ ਹੈਗਾ ਕਿ ਇਹ ਚਲੋ ਪ੍ਰੋਗਰਾਮ ਬਣਨਾ ਤੇ ਜੇ ਵੈਬਸਾਈਟ ਤੇ ਜਾਣਾ ਤਾਂ sochcenter.com ਜੀ। ਸੋਚ ਦਾ ਮਤਲਬ ਹੈਗਾ ਸਰਵਿਸ ਆਫ ਕੋਰ ਹਿਊਮੈਨਿਟੀ, ਗੋਰਿਆਂ ਦੇ ਵੀ, ਕਿਉਂਕਿ ਗੋਰੇ ਬਹੁਤ ਜੁੜੇ ਉਹਨਾਂ ਨਾਲ, ਵੈਸਟਰਨ ਕਮਿਊਨਿਟੀ ਬਹੁਤ ਜੁੜੀ ਹੋ। ਸੋ sochcenter.com। ਦੂਸਰਾ ਇਹ ਹੈਗਾ ਕਿ sochcenter.com ਤੇ ਜਦੋਂ ਜਾਓਗੇ ਤਾਂ ਉੱਤੇ ਦੱਸਿਆ ਆ ਕਿ ਯੂ ਬ੍ਰਿੰਗ ਯੂਰ ਆਈਡੀਆ, ਵੀ ਵਿਲ ਕ੍ਰੀਏਟ ਇਵੈਂਟ ਜੀ, ਪਰ ਤੁਸੀਂ ਲੀਡ ਕਰਨਾ। ਇੱਕ ਬਹੁਤ ਵਧੀਆ ਹੈਗੀ ਕਿ ਅਸੀਂ ਆਹੀ ਗੱਲਾਂ ਕਰਦੇ, ਅਸੀਂ ਕਹਿੰਦੇ ਤੁਸੀਂ ਸਮੱਸਿਆ ਲਿਆਓ ਤੇ ਆਪਾਂ ਉਹਨਾਂ ਨੂੰ ਸੋਲਵ। ਸੋ ਇਜਾਜ਼ਤ ਲੈਂਦੇ ਤੁਹਾਡੇ ਤੋਂ ਗੱਲਬਾਤ, ਕਿਉਂਕਿ ਕੈਮਰੇ ਸਾਥ ਨਹੀਂ ਦੇ ਰਹੇ, ਬੈਟਰੀਆਂ ਗੱਲਬਾਤ ਤੁਸੀਂ ਵੀ ਸਿਆਣੇ ਹੋ ਕਿ ਜਿੰਨਾ ਕੁ ਮੇਰੇ ਤੋਂ ਇੰਤਜ਼ਾਮ ਹੋਇਆ ਮੈਂ ਕੀਤਾ। ਸੋ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ, ਤਾਂ ਕਮੈਂਟ ਜ਼ਰੂਰ ਕਰਨਾ, ਤੁਹਾਡੇ ਕਮੈਂਟਸ ਦਾ ਅਸੀਂ ਜਵਾਬ ਵੀ ਦੇਵਾਂਗੇ। ਫਿਲਹਾਲ ਮੈਨੂੰ ਸਵਰਨ ਸਿੰਘ ਦਾਨੇ ਵਾਲਿਆਂ ਨੂੰ ਸ਼ੈਟਲ ਦੀ ਧਰਤੀ ਤੋਂ ਦਿਓ ਇਜਾਜ਼ਤ। ਸ਼ੁਕਰੀਆ, ਫਿਰ ਮਿਲਾਂਗੇ ਉਸ ਸ਼ਖਸੀਅਤ ਨਾਲ।